बहुत ही प्यारे विद्यार्थियों, संस्था गुरु नानक बुढ़लाढा ਦੇ ਵਿੱਚ ਤੁਸੀਂ ਦਾਖਲ ਹੋਏ। ਤੁਹਾਡਾ ਸਭ ਦਾ ਸਵਾਗਤ ਜੀ ਆਇਆਂ ਨੂੰ। ਜਿਵੇਂ ਤੁਸੀਂ ਜਾਣਦੇ ਹੋ ਕਿ ਤੁਸੀਂ 12ਵੀਂ ਕਲਾਸ ਦੇ ਵਿੱਚ ਪੜ੍ਹ ਕੇ ਆਏ ਹੋ, ਭਾਵੇਂ ਅਜੇ 2 ਪੇਪਰ ਰਹਿੰਦੇ ਨੇ, ਪਰ ਮਾਪਿਆਂ ਦੇ ਫਿਕਰ, ਤੁਹਾਡੇ ਆਪਣੇ ਫਿਕਰ ਤੁਹਾਡੇ ਕਦੋਂ ਨੂੰ ਸਾਡੇ ਤੱਕ ਲੈ ਕੇ ਆਏ ਨੇ। ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਬਹੁਤ ਸਾਰੀਆਂ ਗੱਲਾਂ ਰਸਮੀ ਤੌਰ 'ਤੇ, ਗੈਰ ਰਸਮੀ ਤੌਰ 'ਤੇ ਅਸੀਂ ਇਸ ਚੈਨਲ ਦੇ ਥਰੂ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ, ਕਿਉਂਕਿ ਲੋਕਡਾਊਨ ਤੋਂ ਬਾਅਦ ਦੀ ਜਿਹੜੀ ਸਥਿਤੀ ਹੈ, ਅਜੇ ਕੀ ਹੋਣਾ ਹੈ ਕੀ ਨਹੀਂ ਹੋਣਾ, ਬਹੁਤ ਕੁਝ ਅਸੀਂ ਕੁਦਰਤ ਦੇ ਆਸਰੇ ਛੱਡਿਆ ਹੋਇਆ। ਪਰ ਫਿਰ ਵੀ ਇਸ ਫਿਕਰ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਕਿਤਾਬਾਂ ਦੇ ਨਾਲ, ਸੰਸਥਾਵਾਂ ਦੇ ਨਾਲ, ਪੜ੍ਹਾਈ ਦੇ ਨਾਲ ਜੁੜਨਾ ਹੈ, ਅਤੇ ਜੁੜਨਾ ਹੀ ਸਾਡਾ ਇਹ ਸਰੋਕਾਰ ਬਣਦਾ। ਗੁਰੂ ਨਾਨਕ ਬੁਢਲਾਢਾ ਦੇ ਵਿੱਚ ਜੋ ਤੁਸੀਂ ਆਏ ਤਾਂ ਤੁਸੀਂ ਸਾਈਟ ਦੇ ਉੱਤੇ ਭਾਵੇਂ ਵੇਖ ਲਿਆ ਹੋਣਾ ਕਿ BA ਦੇ ਵਿੱਚ 1794 ਵਿਸ਼ਿਆਂ ਦੇ ਨਾਲ ਅਸੀਂ BA ਦੇ ਵਿੱਚ ਦਾਖਲਾ ਲੈ ਸਕਦੇ ਹਾਂ। 2 ਲਾਜ਼ਮੀ ਵਿਸ਼ੇ ਹਨ, ਪੰਜਾਬੀ ਲਾਜ਼ਮੀ ਅਤੇ ਅੰਗਰੇਜ਼ੀ ਲਾਜ਼ਮੀ, ਅਤੇ 1794 ਵਿਸ਼ੇ ਹਨ। ਉਹਨਾਂ ਦੇ ਗਰੁੱਪ ਬਣੇ ਹੋਏ ਨੇ। ਹਰੇਕ ਗਰੁੱਪ ਦੇ ਵਿੱਚੋਂ ਅਸੀਂ ਇੱਕ ਜਿਹੜਾ ਵਿਸ਼ਾ ਹੈ ਉਹ ਚੁਣਨਾ ਹੈ, ਅਤੇ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਅਸੀਂ ਕੋਈ ਵੀ 3 ਚੋਣਵੇਂ ਵਿਸ਼ੇ ਜਿਹੜੇ ਉਹ ਪੜ੍ਹ ਸਕਦੇ ਹਾਂ, ਅਤੇ 2 ਲਾਜ਼ਮੀ ਵਿਸ਼ੇ, 5 ਵਿਸ਼ੇ ਅਸੀਂ ਪੜ੍ਹ ਸਕਦੇ ਹਾਂ। ਧਿਆਨ ਰੱਖਣਾ ਇਹ ਬਣਦਾ ਕਿ ਜਿਹੜੇ ਵਿਸ਼ੇ ਅਸੀਂ ਪਹਿਲੇ ਸਮੈਸਟਰ ਦੇ ਵਿੱਚ ਇੱਕ ਵਾਰੀ ਲੈ ਲਵਾਂਗੇ, ਚੁਣ ਲਵਾਂਗੇ, ਉਹ 3 ਸਾਲਾਂ ਦੇ ਵਿੱਚ ਪੂਰੀ ਡਿਗਰੀ ਦੇ ਵਿੱਚ ਇਹ ਮੁਕੰਮਲ ਰੂਪ ਦੇ ਵਿੱਚ ਜਿਹੜੇ ਚੱਲਦੇ ਰਹਿਣਗੇ। ਸਾਡੇ ਕੋਲ ਬਹੁਤ ਕੁਝ ਅਸੀਂ ਇਸ ਤੋਂ ਪਹਿਲਾਂ ਸਿੱਖਿਆ, ਜਾਂ ਬਹੁਤ ਕੁਝ ਅਸੀਂ ਸਿੱਖਣ ਲਈ ਚਾਹਵਾਨ ਹੈ। ਬਹੁਤ ਕੁਝ ਸਾਡੇ ਕੋਲ ਹੈ, ਬਹੁਤ ਕੁਝ ਅਸੀਂ ਅਜੇ ਸਿੱਖਣਾ ਹੈ। ਤਾਂ ਕਰਕੇ ਕਿਤਾਬਾਂ ਬਾਰੇ ਅਸੀਂ ਅੱਜ ਕੁਝ ਕੁ ਗੱਲਾਂ ਕਰ ਲੈਂਦੇ ਹਾਂ। ਵਿਸ਼ਵ ਦੇ ਬਹੁਤ ਵੱਡੇ ਵੱਡੇ ਬੰਦੇ, ਬਹੁਤ ਵੱਡੇ ਵੱਡੇ ਥਿੰਕਰ ਪੈਦਾ ਹੋਏ, ਜਿਨ੍ਹਾਂ ਨੇ ਕਿਤਾਬ ਦੇ ਸੰਬੰਧ ਵਿੱਚ ਬਹੁਤ ਵਧੀਆ ਵਧੀਆ ਗੱਲਾਂ ਜਿਹੜੀਆਂ ਕੀਤੀਆਂ। ਹਰਮਨ ਹੈਸ ਦਾ ਤੁਸੀਂ ਪਹਿਲਾਂ ਨਾਂ ਸਾਰਿਆਂ ਨੇ ਸੁਣਿਆ ਹੋਣਾ, ਜਿਹਦਾ ਬਹੁਤ ਹੀ ਚਰਚਿਤ ਜਿਹਦੀ ਕਿਤਾਬ ਸਿਧਾਰਥ ਹੈ। ਉਹਨੇ ਇੱਕ ਥਾਂ ਲਿਖਿਆ ਕਿ ਸ਼ਬਦਾਂ ਤੋਂ ਬਿਨਾਂ ਲਿਖਤਾਂ ਅਤੇ ਕਿਤਾਬਾਂ ਤੋਂ ਬਿਨਾਂ ਕੋਈ ਮਾਨਵੀ ਇਤਿਹਾਸ ਨਾ ਹੁੰਦਾ, ਨਾ ਹੀ ਮਨੁੱਖ ਜਾਤੀ ਦਾ ਕੋਈ ਸੰਕਲਪ ਇਹਦੇ ਬਿਨਾਂ ਹੁੰਦਾ। ਕਿਤਾਬ ਤੋਂ ਬਿਨਾਂ ਜਿਉਣਾ ਬਹੁਤ ਮੁਸ਼ਕਿਲ ਵਰਗੀ ਗੱਲ ਹੁੰਦੀ ਹੈ। ਉਸੇ ਤਰ੍ਹਾਂ ਇੱਕ ਰਸਕਿਨ ਬੌਂਡ ਨਾਂ ਦਾ ਸਾਡੇ ਕੋਲ ਵਿਦਵਾਨ ਹੋਇਆ। ਅਸੀਂ ਨੇ ਕਦੇ ਕਿਹਾ ਕਿ ਚੰਗਾ ਲੇਖਕ ਬਣਨ ਲਈ ਖੂਬ ਪੜ੍ਹਨਾ ਅਤੇ ਕਿਤਾਬਾਂ ਨੂੰ ਪਿਆਰ ਨਾਲ ਲਾਜ਼ਮੀ ਹੁੰਦਾ। ਇਹ 2 ਗੱਲਾਂ ਦੱਸਦੀਆਂ ਨੇ ਕਿ ਕਿਤਾਬ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਅਹਿਮੀਅਤ ਹੈ। ਕਿਤਾਬ ਤੋਂ ਬਿਨਾਂ ਅਸੀਂ ਇੱਕ ਐਵੇਂ ਚਾਹੁੰਦੇ ਹਾਂ ਜਿਵੇਂ ਕੋਈ ਬੰਦਾ ਆਪਣੇ ਆਪ ਦੇ ਵਿੱਚੋਂ ਬੰਦੇ ਨੂੰ ਮਨਫੀ ਕਰ ਰਿਹਾ ਹੋਵੇ, ਕਿਉਂਕਿ ਕਿਤਾਬ ਕੋਈ ਵੀ ਹੋਵੇ, ਕਿਤਾਬ ਦੇ ਵਿੱਚ ਹਰ ਅੱਖਰ ਦਾ, ਹਰ ਲਫ਼ਜ਼ ਦਾ ਕੋਈ ਨਾ ਕੋਈ ਮੁੱਲ ਹੁੰਦਾ। ਸਿਰਜਕ ਕੌਣ ਹੁੰਦਾ? ਜਾਂ ਇੱਕ ਤੁਹਾਡਾ ਅਕਸਰ ਸਵਾਲ ਬਣਦਾ ਹੈ, ਇਸ ਤੋਂ ਪਹਿਲਾਂ ਵੀ 10ਵੀਂ 11ਵੀਂ 12ਵੀਂ ਦੇ ਵਿੱਚ ਤੁਸੀਂ ਚੇਤਨਾ ਦੇ ਚਿੰਤਨ ਦੇ ਦੌਰ ਦੇ ਵਿੱਚੋਂ ਗੁਜ਼ਰੇ ਹੋ ਕਿ ਸਾਹਿਤ ਕੀ ਹੁੰਦਾ। ਹਰੇਕ ਬੰਦੇ ਨੇ ਸਾਹਿਤ ਦੀਆਂ ਆਪਣੀਆਂ ਆਪਣੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ। ਹਰੇਕ ਬੰਦੇ ਨੇ ਸਾਹਿਤ ਬਾਰੇ, ਕਿਉਂਕਿ ਜਿੰਨੇ ਵੀ ਸਾਡੇ ਕੋਲ ਲੋਕ ਨੇ, ਜਿੰਨੇ ਵੀ ਸਿਰਜਕ ਨੇ, ਹਰੇਕ ਦੀ ਆਪਣੀ ਆਪਣੀ ਕਿਤੇ ਨਾ ਕਿਤੇ ਸਾਹਿਤ ਦੀ ਪਰਿਭਾਸ਼ਾ ਹੈ। ਫਿਰ ਵੀ ਮੇਰੇ ਕੋਲ ਕੋਈ ਮੁਕੰਮਲ ਪਰਿਭਾਸ਼ਾ ਤਾਂ ਨਹੀਂ ਹੈ। ਮੈਂ ਅਕਸਰ ਲਿਓ ਟੋਲਸਟਾਏ ਦਾ ਜ਼ਿਕਰ ਕਰਦਾ ਹੁੰਦਾ ਇਸ ਸੰਬੰਧ ਦੇ ਵਿੱਚ, ਕਿਉਂਕਿ ਗਿਆਨ ਲੈਣ ਦੇ ਲਈ ਸਾਨੂੰ ਕਿਤਾਬ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਦੂਸਰਾ ਇਹ ਹੁੰਦਾ ਹੈ ਕਿ ਅਸੀਂ ਅਕਸਰ ਪੁੱਛਦੇ ਹਾਂ ਕਿ ਲੇਖਕ ਕੌਣ ਹੁੰਦਾ ਹੈ, ਸਿਰਜਕ ਵੀ ਉਹੀ ਹੁੰਦਾ। ਟੋਲਸਟਾਏ ਨੂੰ ਕਿਸੇ ਨੇ ਪੁੱਛਿਆ ਕਿ ਲੇਖਕ ਕੌਣ ਹੁੰਦਾ, ਤਾਂ ਟੋਲਸਟਾਏ ਕਹਿਣ ਲੱਗਿਆ ਕਿ ਮੈਨੂੰ ਉਹਦੇ ਬਾਰੇ ਤਾਂ ਨਹੀਂ ਪਤਾ,
ਪਰ ਮੈਂ ਇਹ ਦੱਸ ਸਕਦਾ ਹਾਂ ਕਿ ਲੇਖਕ ਕੌਣ ਨਹੀਂ ਹੁੰਦਾ। ਗੋਗੋਲ ਕਹਿਣ ਲੱਗਿਆ ਚਲੋ ਉਹਦੇ ਬਾਰੇ ਦੱਸੋ। ਤੋਲਸਤਾਏ ਕਹਿੰਦਾ ਹੈ ਕਿ ਸਰੀਰਕ ਮੌਤ ਦੇ ਨਾਲ ਨਾਲ ਜਿਹਦੀ ਰਚਨਾ ਦਾ ਜ਼ਿਕਰ ਵੀ ਮਰ ਜਾਂਦਾ ਉਹ ਲੇਖਕ ਨਹੀਂ ਹੁੰਦਾ। ਇੱਥੋਂ ਸਥਿਤੀ ਕਿਤੇ ਨਾ ਕਿਤੇ ਸਪਸ਼ਟ ਹੈ, ਕਿਉਂਕਿ ਜਦੋਂ ਸਿਰਜਕ ਦੇ ਨਾਲ ਨਾਲ ਉਹਦੀ ਸਿਰਜਣਾ ਖਤਮ ਹੋ ਜੇ ਤਾਂ ਕਿਤੇ ਨਾ ਕਿਤੇ ਉਸ ਦੀ ਅਹਿਮੀਅਤ ਕਿਤੇ ਨਾ ਕਿਤੇ ਲੇਖਕ ਦੀ ਖਤਮ ਹੋ ਜਾਂਦੀ ਹੈ। ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਵੀ ਬਣ ਜਾਂਦਾ ਫਿਰ ਕਿ ਅਸੀਂ ਫਿਰ ਕੀ ਪੜ੍ਹੀਏ। ਜਾਂ 12ਵੀਂ ਤੋਂ ਬਾਅਦ ਕਈ ਵਾਰੀ ਤੁਹਾਡੇ ਅਕਸਰ ਬਣਦੇ ਨੇ ਸਵਾਲ ਕਿ ਅਸੀਂ ਕਰੀਏ ਕੀ, ਕਿਹੜੇ ਫੀਲਡ ਦੇ ਵਿੱਚ ਜਾਈਏ। ਗਿਆਨ ਮੈਂ ਸਮਝਦਾ ਹੁੰਦਾ ਕਿ ਕੋਈ ਕਿਤਾਬ ਤੋਂ ਬਾਹਰ ਵੀ ਇੱਕ ਬਹੁਤ ਵੱਡਾ ਗਿਆਨ ਪਿਆ ਹੁੰਦਾ, ਜਿਹੜਾ ਵਿਵਹਾਰ ਦੇ ਵਿੱਚ ਹੁੰਦਾ, ਜਿਹੜਾ ਪ੍ਰੈਕਟੀਕਲ ਦੇ ਵਿੱਚ ਹੁੰਦਾ। ਇਸ ਸੰਦਰਭ ਦੇ ਵਿੱਚ ਮੈਂ ਮੌਲਾਨਾ ਰੂਮੀ ਦਾ ਅਕਸਰ ਜ਼ਿਕਰ ਕਰਦਾ ਹਾਂ, ਕਿਉਂਕਿ ਵਿਸ਼ਵ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਪੈਦਾ ਹੋਏ। ਮੌਲਾਨਾ ਰੂਮੀ ਉਹਨਾਂ ਦੇ ਵਿੱਚੋਂ ਇੱਕ ਆ। ਉਹਨੇ ਇੱਕ ਛੋਟੀ ਜਿਹੀ ਕਹਾਣੀ ਦੇ ਵਾਂਗੂ ਕਹਾਣੀ ਲਿਖੀ, ਗਿਆਨ ਦਾ ਹੰਕਾਰ। ਜਿਹੜੀ ਉਮਰ ਦੇ ਵਿੱਚ ਤੁਸੀਂ ਜਿਉਂ ਰਹੇ ਹੋ, ਜਿਹੜੀ ਉਮਰ ਦੇ ਵਿੱਚ ਤੁਸੀਂ ਹੁਣ ਪੜ੍ਹ ਰਹੇ ਹੋ 12ਵੀਂ ਤੋਂ ਬਾਅਦ ਟੀਨੇਜ ਦੇ ਵਿੱਚ, ਤੁਹਾਨੂੰ ਆਪਣੇ ਅੰਦਰਲੀ ਪ੍ਰਤਿਭਾ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਹੰਕਾਰ ਵਰਗੀ ਗੱਲ ਹੈਗੀ ਹੈ। ਇੱਕ ਵਾਰੀ ਵਿਆਕਰਨ ਦਾ ਇੱਕ ਬਹੁਤ ਪਰਿਪੱਕ ਵਿਦਵਾਨ ਕਿਸ਼ਤੀ ਦੇ ਵਿੱਚ ਸਫ਼ਰ ਕਰ ਰਿਹਾ ਸੀ। ਵਾਪਰਿਆ ਕਿ ਸਫ਼ਰ ਕਰਦਿਆਂ ਕਰਦਿਆਂ ਕੁਝ ਸਮੇਂ ਬਾਅਦ ਉਹਨੇ ਕਿਸ਼ਤੀ ਚਾਲਕ ਨੂੰ ਪੁੱਛ ਲਿਆ ਕਿ ਤੈਨੂੰ ਵਿਆਕਰਨ ਦਾ ਗਿਆਨ ਹੈ? ਕਿਸ਼ਤੀ ਚਾਲਕ ਨੇ ਆਖਿਆ ਨਹੀਂ, ਮੈਂ ਕੋਈ ਜਾਣਕਾਰੀ ਨਹੀਂ ਰੱਖਦਾ। ਆਪਾਂ ਅਕਸਰ ਇਸ ਤਰ੍ਹਾਂ ਦੇ ਸਵਾਲ ਕਰ ਲੈਂਦੇ ਹਾਂ, ਇਸ ਤਰ੍ਹਾਂ ਦੇ ਉੱਤਰ ਅਕਸਰ ਸਾਨੂੰ ਮਿਲ ਜਾਂਦੇ। ਵਿਦਵਾਨ ਕਹਿਣ ਲੱਗਿਆ ਬਹੁਤ ਦੁੱਖ ਦੀ ਗੱਲ ਹੈ ਕਿ ਤੂੰ ਆਪਣੀ ਅੱਧੀ ਜ਼ਿੰਦਗੀ, ਅੱਧੀ ਉਮਰ ਵਿਆਕਰਨ ਦੀ ਮਹੱਤਵਪੂਰਨ ਵਿੱਦਿਆ ਤੋਂ ਬਿਨਾਂ ਜਾਂ ਉਹਦੀ ਸੋਝੀ ਤੋਂ ਬਗੈਰ ਗੁਜ਼ਾਰ ਦਿੱਤੀ ਹੈ। ਉਸ ਵਿਦਵਾਨ ਦੀ ਇਹ ਗੱਲ ਸੁਣ ਕੇ ਕਿਸ਼ਤੀ ਚਾਲਕ ਨੂੰ ਬਹੁਤ ਗੁੱਸਾ ਆਇਆ, ਪਰ ਉਹ ਬੋਲ ਨਹੀਂ ਸਕਦਾ ਸੀ ਕੁਛ। ਤਾਂ ਕੁਦਰਤੀ ਜਲਦੀ ਹੀ ਤੇਜ਼ ਹਨੇਰੀ ਆਉਂਦੀ ਹੈ, ਤੂਫਾਨ ਆਉਂਦਾ ਅਤੇ ਕਿਸ਼ਤੀ ਪਾਣੀ ਦੀਆਂ ਤੇਜ਼ ਲਹਿਰਾਂ ਦੇ ਵਿੱਚ ਡਗਮਗਾਉਂਦੀ ਹੈ। ਕਿਸ਼ਤੀ ਚਾਲਕ ਨੇ ਵਿਦਵਾਨ ਨੂੰ ਪੁੱਛਿਆ, ਜਨਾਬ ਕੀ ਤੁਹਾਨੂੰ ਤੈਰਨਾ ਆਉਂਦਾ? ਤਾਂ ਵਿਦਵਾਨ ਨੇ ਘਬਰਾਹਟ ਵਿੱਚ ਕਿਹਾ, ਨਹੀਂ, ਮੈਨੂੰ ਤੈਰਨਾ ਨਹੀਂ ਆਉਂਦਾ। ਤਾਂ ਕਿਸ਼ਤੀ ਚਾਲਕ ਬੋਲਿਆ, ਫਿਰ ਤਾਂ ਤੁਹਾਡੀ ਸਾਰੀ ਉਮਰ ਹੀ ਬਰਬਾਦ ਹੋ ਗਈ ਹੈ, ਕਿਉਂਕਿ ਵਿਦਵਤਾ ਅਤੇ ਕਿਤਾਬੀ ਗਿਆਨ ਹੁਣ ਤੁਹਾਨੂੰ ਇਸ ਡੁੱਬ ਰਹੀ ਕਿਸ਼ਤੀ ਵਿੱਚੋਂ ਬਚਾ ਨਹੀਂ ਸਕਦੇ। ਹੁਣ ਤੁਸੀਂ ਕਹੋਗੇ ਕਿ ਪਹਿਲੀ ਗੱਲ ਦੇ ਵਿੱਚ ਮੈਂ ਜ਼ਿਕਰ ਕੀਤਾ ਕਿਤਾਬ ਦੀ ਅਹਿਮੀਅਤ ਦਾ, ਦੂਜੀ ਗੱਲ ਦੇ ਵਿੱਚ ਮੈਂ ਜ਼ਿਕਰ ਕੀਤਾ ਕਿਤਾਬ ਤੋਂ ਬਿਨਾਂ ਪ੍ਰੈਕਟੀਕਲ ਲਾਈਫ ਦਾ। ਜ਼ਿੰਦਗੀ ਜਿਉਣ ਦੇ ਲਈ ਕਿਤਾਬ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ। ਜ਼ਿੰਦਗੀ ਜਿਉਣ ਦੇ ਲਈ ਵਿਵਹਾਰਕ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਤਾਂ ਕਰਕੇ ਕਿਤਾਬ ਜੇ ਤੁਸੀਂ ਚੰਗਾ ਲਿਖਣਾ ਹੈ, ਚੰਗਾ ਪੜ੍ਹਨਾ ਹੈ, ਚੰਗਾ ਸਮਝਣਾ ਹੈ, ਚੰਗੀ ਦ੍ਰਿਸ਼ਟੀ ਬਣਾਉਣੀ ਹੈ, ਤਾਂ ਤੁਹਾਨੂੰ ਕਿਤਾਬ ਨਾਲ ਜੁੜਨਾ ਵੀ ਪਊਗਾ ਅਤੇ ਵਿਵਹਾਰਕ ਲਾਈਫ ਦੇ ਵਿੱਚ ਤੁਹਾਨੂੰ ਉਵੇਂ ਜਿਉਣਾ ਵੀ ਪਊਗਾ। ਤਾਂ ਕਰਕੇ ਇੱਕ ਵਿਸ਼ਵ ਦਾ ਬਹੁਤ ਵੱਡਾ ਵਿਦਵਾਨ ਹੋਇਆ, ਜਿਹਨੇ ਕਿਹਾ ਕਿ ਕਿਤਾਬ ਉਹ ਕੁੰਜੀ ਹੈ ਜਿਹੜੀ ਪਾਠਕ ਦੇ ਦਿਲ ਦਾ ਜਿੰਦਰਾ ਖੋਲ੍ਹਦੀ ਹੈ। ਉਹ ਕਿਤਾਬਾਂ ਪੜ੍ਹੋ ਜਿਹੜੀਆਂ ਤੁਹਾਨੂੰ ਤੰਗ ਕਰਨ, ਜ਼ਖਮੀ ਕਰਨ। ਕਿਤਾਬ ਜੇਕਰ ਤੁਹਾਡੀ ਖੋਪੜੀ ਦੇ ਵਿੱਚ ਘਸੁੰਨ ਨਹੀਂ ਮਾਰਦੀ ਤਾਂ ਫਿਰ ਉਹ ਕਾਹਦੀ ਕਿਤਾਬ ਹੈ? ਕਿਉਂਕਿ ਚੰਗੀ ਕਿਤਾਬ ਇੱਕ ਸਿਆਣੇ ਅਧਿਆਪਕ ਵਾਂਗ ਹੁੰਦੀ ਹੈ। ਮੇਰੇ ਕੋਲ ਪੜ੍ਹਨ ਆਉਂਦੇ ਅਕਸਰ ਬੱਚੇ ਪੁੱਛਦੇ ਨੇ ਕਿ ਮੈਂ ਕੀ ਪੜ੍ਹਾਂ। ਅੱਜ ਕੱਲ੍ਹ ਦਾ ਇੱਕ ਨਵਾਂ ਰੁਝਾਨ ਹੈ, ਵਿਦਿਆਰਥੀ ਆਉਂਦਾ ਕਿ ਮੈਂ 12ਵੀਂ ਕਲਾਸ ਦੇ ਪੇਪਰ ਦਿੱਤੇ ਆ, ਮੈਂ ਹੁਣ ਕੀ ਕਰਾਂ। ਕਿਉਂਕਿ ਅਸੀਂ ਸਿੱਖਣਾ ਸ਼ੁਰੂ ਕਰਨਾ, ਇਸ ਤੋਂ ਪਹਿਲਾਂ ਅਸੀਂ ਬਹੁਤ ਕੁਝ ਸਿੱਖਿਆ। ਸਿੱਖਣਾ ਵੀ ਇੱਕ ਆਰਟ ਹੈ, ਸਿੱਖਣਾ ਵੀ ਇੱਕ ਕਲਾ ਹੈ। ਬੰਦਾ
ਸ਼ੁਰੂ ਤੋਂ ਸਿੱਖਦਾ ਰਹਿੰਦਾ। ਬਹੁਤ ਕੁਝ ਬੰਦੇ ਕੋਲੇ ਗੋਡ ਗਿਫਟਡ ਹੁੰਦਾ, ਬਹੁਤ ਕੁਝ ਬੰਦੇ ਕੋਲੇ ਸਿੱਖਿਆ ਹੋਇਆ ਹੁੰਦਾ। ਅਸੀਂ ਲੋਕ ਬਹੁਤ ਕੁਝ ਸਿੱਖਿਆ ਹੋਇਆ ਸਿਖਾਉਣ ਵਾਲੇ ਲੋਕ ਹੁੰਦੇ ਆ। ਸਾਡੇ ਕੋਲ ਦੇਣ ਲਈ ਬਹੁਤਾ ਕੁਝ ਨਹੀਂ ਹੁੰਦਾ। ਸਾਡੇ ਕੋਲੇ ਦੇਣ ਲਈ ਉਹੀ ਗਿਆਨ ਹੁੰਦਾ ਜਿਹੜਾ ਅਸੀਂ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਕਿਤਾਬਾਂ ਦੇ ਵਿੱਚੋਂ ਪੜ੍ਹਦੇ ਰਹਿੰਦੇ ਹਾਂ। ਕਪੂਰ ਸਾਹਿਬ ਨੂੰ ਤੁਸੀਂ ਜਾਣਦੇ ਹੋ, ਨਰਿੰਦਰ ਸਿੰਘ ਕਪੂਰ ਪੰਜਾਬੀ ਦਾ ਬਹੁਤ ਵੱਡਾ ਵਾਰਤਕਕਾਰ ਹੈ। ਜੇ 2-3 ਵਾਰਤਕਾਰਾਂ ਦੇ ਨਾਮ ਲੈਣੇ ਹੁਣ ਪੰਜਾਬੀ ਦੇ ਵਿੱਚ ਤਾਂ ਟੋਟ 5 ਕਿਤੇ ਲੈਣੇ ਹੁਣ ਮੈਂ, ਤਾਂ ਨਰਿੰਦਰ ਸਿੰਘ ਕਪੂਰ ਦਾ ਨਾਮ ਉਹਨਾਂ 5 ਦੇ ਵਿੱਚ ਕਿਤੇ ਨਾ ਕਿਤੇ ਆਵੇਗਾ। ਅਕਸਰ ਗੱਲਾਂ ਕਰਦੇ ਆ ਕਿ ਹਰੇਕ ਬੰਦੇ ਕੋਲੇ ਦੇਣ ਲਈ ਕੁਝ ਨਾ ਕੁਝ ਹੁੰਦਾ। ਤੁਹਾਡੇ ਕੋਲੇ ਹੁਣ ਜਦੋਂ ਤੁਸੀਂ ਇਹ ਵੀਡੀਓ ਵੇਖ ਰਹੇ ਹੋ, ਦੇਣ ਲਈ ਸਮਾਂ ਹੈ ਕਿ ਤੁਸੀਂ ਆਪਣੇ 15-20 ਮਿੰਟ ਸਮਾਂ ਇਸ ਵੀਡੀਓ ਨੂੰ ਵੇਖਣ ਲਈ ਦਿਓਗੇ। ਬਹੁਤ ਕੁਝ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਕਿਸੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿੰਦੇ ਰਹਿੰਦੇ ਹੋ। ਹਰਮਨ ਹੈਸ ਦੀ ਗੱਲ ਤੇ ਮੈਂ ਦੁਬਾਰਾ ਆਉਣਾ। ਸਿਧਾਰਥ ਦੇ ਵਿੱਚ ਉਹਨੇ ਲਿਖਿਆ ਕਿ ਸਿਧਾਰਥ ਕਿਸੇ ਨਾਲ ਕਿਸ਼ਤੀ ਦੇ ਵਿੱਚ ਚੱਲਦਾ ਹੈ, ਦਰਿਆ ਦੇ ਵਿੱਚ। ਬਿਲਕੁਲ ਐਵੇਂ ਦੀ ਗੱਲ ਨਰਿੰਦਰ ਸਿੰਘ ਕਪੂਰ ਨੇ ਵੀ ਕਰੀ ਹੈ ਕਿ ਕਿਸ਼ਤੀ ਵਿੱਚ ਉਤਰਦਾ, ਉਹ ਕਹਿੰਦਾ ਧੰਨਵਾਦ ਭਲੇ ਪੁਰਸ਼। ਸਿਧਾਰਥ ਨੇ ਦੂਜੇ ਕੰਢੇ ਉਤਰਦੇ ਕਿਹਾ, ਮੈਨੂੰ ਡਰ ਹੈ ਕਿ ਆਪ ਨੂੰ ਦੇਣ ਲਈ ਮੇਰੇ ਕੋਲ ਕੋਈ ਭੇਟ ਨਹੀਂ ਹੈ, ਨਾ ਹੀ ਭਾੜਾ ਦੇਣ ਲਈ ਪੈਸੇ ਹੈ। ਮੈਂ ਇੱਕ ਬ੍ਰਾਹਮਣ ਦਾ ਪੁੱਤਰ ਹਾਂ, ਇੱਕ ਸਮਾਨਾ ਬੇਘਰ। ਮੈਂ ਉਹ ਕੁਝ ਦੇਖ ਸਕਦਾ ਸੀ। ਮਲਾਹ ਨੇ ਕਿਹਾ, ਮੈਂ ਆਪ ਤੋਂ ਕੋਈ ਭਾੜੇ ਜਾਂ ਪੇਟ ਦੀ ਆਸ ਨਹੀਂ ਸੀ ਰੱਖਦਾ। ਤੁਸੀਂ ਮੈਨੂੰ ਫਿਰ ਕਿਸੇ ਵੇਲੇ ਦੇਵੋਗੇ। ਸਵਾਲ ਖੜਾ ਹੁੰਦਾ ਹੈ ਕਿ ਤੁਸਾਂ ਦਾ ਇਸ ਤਰ੍ਹਾਂ ਦਾ ਖਿਆਲ ਹੈ? ਸਿਧਾਰਥ ਨੇ ਉਹਨੂੰ ਪੁੱਛਿਆ। ਜ਼ਰੂਰ, ਮੈਂ ਇਹ ਗੱਲ ਦਰਿਆ ਤੋਂ ਸਿੱਖੀ ਹੈ। ਹਰ ਚੀਜ਼ ਵਾਪਸ ਆਉਂਦੀ ਹੈ। ਤੁਸੀਂ ਵੀ ਸਮਾਨੇ ਵਾਪਸ ਆਉਣਗੇ। ਉਹ ਮੇਰੀਆਂ ਸੁਬੇ ਸ਼ਾਮਾਂ ਤੇ ਤੁਹਾਡੀ ਮਿੱਤਰਤਾ ਤੇ ਮੇਰੀ ਉਜ਼ਰਤ ਬਣੇ। ਦੇਵਤੇ ਨੂੰ ਬਲੀ ਦੇਣ ਵੇਲੇ ਮੈਨੂੰ ਵੀ ਯਾਦ ਕਰ ਲੈ। ਕਪੂਰ ਸਾਹਿਬ ਵੀ ਬਿਲਕੁਲ ਐਵੇਂ ਦੀ ਗੱਲ ਬੜੇ ਸੌਖੇ ਤਰੀਕੇ ਨਾਲ ਕਹਿੰਦੇ ਨੇ ਕਿ ਇੱਕ ਰਾਜੇ ਦੇ ਦਰਬਾਰ ਲੱਗਿਆ ਹੋਇਆ, ਰਾਜੇ ਦਾ। ਰਾਜੇ ਦੇ ਦਰਬਾਰ ਦੇ ਵਿੱਚ ਰਾਜੇ ਨੂੰ ਕਿਸੇ ਨੇ ਕਿਹਾ, ਚਲੋ ਜੋਤਸ਼ੀ ਦੱਸਦੇ ਨੇ ਜਿਵੇਂ ਸਾਡੇ ਮੱਧਕਾਲ ਦੀ ਇੱਕ ਪਰੰਪਰਾ ਹੈਗੀ ਹੈ, ਤਾਂ ਰਾਜੇ ਕੋਲ ਜਿੰਨਾ ਮਾਲ ਹੈ, ਜਿੰਨਾ ਧਨ ਹੈ, ਜਿੰਨੇ ਸੋਨੇ ਜਵਾਹਰਤ ਹੈ, ਸਾਰਾ ਕੁਝ ਵੰਡਣ ਦੇ ਚੱਕਰ 'ਚ ਪੈ ਜਾਂਦਾ। ਮੁਨਾਦੀ ਕਰਵਾਈ ਜਾਂਦੀ ਹੈ, ਭੀੜ ਲੱਗਦੀ ਹੈ, ਲਾਈਨਾਂ ਦੀਆਂ ਲਾਈਨਾਂ ਲੱਗਦੀਆਂ ਨੇ। ਉਸ ਲਾਈਨ ਦੇ ਵਿੱਚ ਇੱਕ ਫਕੀਰ ਲੱਗਦਾ। ਵਾਪਰਦਾ ਹੈ ਕਿ ਜਦੋਂ ਫਕੀਰ ਦੀ ਵਾਰੀ ਆਉਂਦੀ ਹੈ, ਉਹ ਸੋਨੇ ਜਵਾਹਰਾਤ ਨੂੰ ਲੈਣ ਦੀ ਬਜਾਏ ਆਪਣੀ ਵਾਰੀ ਛੱਡ ਕੇ ਭੀੜ ਦੇ ਵਿੱਚ ਜਾਂ ਕਤਾਰ ਦੇ ਪਿਛਲੇ ਪਾਸੇ ਫਿਰ ਲੱਗ। ਸਾਰਾ ਦਿਨ ਐਵੇਂ ਵਾਪਰਦਾ। ਉਸ ਦੀ ਵਾਰੀ 5 ਵਾਰ ਵੀ ਆਈ ਹੋ ਸਕਦੀ ਹੈ, 10 ਵਾਰ ਵੀ ਆਈ ਹੋ ਸਕਦੀ ਹੈ, 20 ਵਾਰ ਵੀ ਆਈ ਹੋ ਸਕਦੀ ਹੈ। ਰਾਜਾ ਉਸ ਦੀ ਸੁਭਾਅ ਤੋਂ ਬਹੁਤ ਡਿਸਟਰਬ ਹੁੰਦਾ। ਉਹ ਰਾਤ ਨੂੰ ਸੌਂ ਨਹੀਂ ਸਕਦਾ। ਸਵੇਰੇ ਉੱਠ ਕੇ ਉਹਨੂੰ ਬੁਲਾਇਆ ਜਾਂਦਾ। ਉਹਨੂੰ ਪੁੱਛਿਆ ਜਾਂਦਾ ਕਿ ਜਦੋਂ ਤੁਹਾਡੀ ਵਾਰੀ ਆਉਂਦੀ ਹੈ, ਤੁਸੀਂ ਜਿਹੜੀ ਚੀਜ਼ ਮਿਲ ਰਹੀ ਹੈ ਤੁਸੀਂ ਲੈਂਦੇ ਕਿਉਂ ਨਹੀਂ? ਉਹ ਕਹਿੰਦਾ, ਹੇ ਰਾਜਾ, ਤੁਹਾਡੇ ਕੋਲ ਦੇਣ ਲਈ ਬਹੁਤ ਸਾਰੇ ਪੈਸੇ ਨੇ, ਸੋਨਾ ਹੈ, ਸਵਾਰਤ ਹੈ, ਤੇ ਮੇਰੇ ਕੋਲ ਦੇਣ ਲਈ ਮੇਰੀ ਸਿਰਫ ਵਾਰੀ ਹੈ। ਤੇ ਫਕੀਰਾਂ ਕੋਲ ਦੇਣ ਲਈ ਵਾਰੀਆਂ ਹੁੰਦੀਆਂ ਨੇ। ਐਵੇਂ ਦੀ ਮਿਲਦੀ ਜੁਲਦੀ ਗੱਲ ਦਵਿੰਦਰ ਸਤਿਆਰਥੀ ਦੀ ਸਾਨੂੰ ਮਿਲਦੀ ਹੈ। ਕਿਉਂਕਿ ਦਵਿੰਦਰ ਸਤਿਆਰਥੀ ਦੁਨੀਆ ਦਾ ਬਹੁਤ ਵੱਡਾ ਬੰਦਾ। ਉਹਨੂੰ ਬਹੁਤ ਗੋਲਿਆ ਵੀ ਗਿਆ, ਬਹੁਤ ਘੱਟ ਵੀ ਗੋਲਿਆ ਗਿਆ। ਅਸੀਂ ਉਸ ਨੂੰ ਉਵੇਂ ਨਹੀਂ ਪੜ੍ਹਿਆ, ਅਸੀਂ ਉਸ ਨੂੰ ਉਵੇਂ ਨਹੀਂ ਸਮਝਿਆ ਜਿਵੇਂ ਉਹਨੂੰ ਸਮਝਣਾ ਚਾਹੀਦਾ ਸੀ। ਉਹਦੇ ਦੂਰਦਰਸ਼ਨ ਤੇ ਫਿਲਮ ਵੀ ਇੱਕ ਆਈ ਸੀ, ਉਹਦੇ ਬਾਰੇ ਬਣੀ ਹੋਈ ਹੈ, ਤੁਸੀਂ ਵੇਖਿਓ ਕਦੇ YouTube ਦੇ ਉੱਤੇ। YouTube ਚੈਨਲ ਦੇ ਉੱਤੇ ਤੁਹਾਨੂੰ ਕਿਸੇ ਦਿਨ ਅਸੀਂ
ਮੁਹੱਈਆ ਕਰਵਾ ਦਿਆਂਗੇ। ਹੁਣ ਵਾਪਰਦਾ ਇਹ ਹੈ ਕਿ ਉਹ ਕਿਸੇ ਤਾਂਗੇ ਵਾਲੇ ਨਾਲ ਚੜ੍ਹਦਾ ਹੈ। ਤਾਂਗੇ ਵਾਲਾ ਚੜ੍ਹਨ ਤੋਂ ਬਾਅਦ ਉਹਨੂੰ ਗੱਲਾਂ ਸੁਣਾਉਂਦਾ ਬਹੁਤ ਕਮਾਲ ਦੀਆਂ, ਗੀਤ, ਲੋਕ ਗੀਤ, ਬੋਲੀਆਂ, ਬਹੁਤ ਕੁਛ। ਲੋਕ ਸਾਹਿਤ ਦਾ ਅਥਾਹ ਸਮੁੰਦਰ ਤਵਿੰਦਰ ਸਤਿਆਰਥੀ। ਜਦੋਂ ਉਹਨੂੰ ਪਤਾ ਹੈ ਕਿ 2.5 ਜਾਂ 3 ਆਨੇ ਕਿਰਾਇਆ ਬਣੇਗਾ, ਜਦੋਂ ਉਤਰਦਾ ਤਾਂ ਇੱਕ ਬਹੁਤ ਦੁਨੀਆ ਦੀ ਬੇਮਿਸਾਲ ਗੱਲ ਕਰਦਾ ਹੈ ਕਿ ਫਕੀਰਾਂ ਕੋਲ ਦੇਣ ਲਈ ਦੁਆਵਾਂ ਹੁੰਦੀਆਂ ਨੇ। ਸੱਚਮੁੱਚ ਫਕੀਰਾਂ ਕੋਲ ਦੇਣ ਲਈ ਦੁਆਵਾਂ ਹੁੰਦੀਆਂ। ਇੱਕ ਅਧਿਆਪਕ ਕੋਲ ਦੇਣ ਲਈ ਗਿਆਨ ਹੁੰਦਾ, ਇੱਕ ਵਿਦਿਆਰਥੀ ਕੋਲ ਦੇਣ ਲਈ ਸਮਾਂ ਹੁੰਦਾ, ਇੱਕ ਮਾਂ-ਬਾਪ ਕੋਲ ਬਹੁਤ ਕੁਛ ਹੁੰਦਾ ਵਿਦਿਆਰਥੀ ਨੂੰ ਦੇਣ ਲਈ। ਇੱਕ ਵਿਦਿਆਰਥੀ ਕੋਲ ਮਾਂ-ਬਾਪ ਨੂੰ ਦੇਣ ਲਈ ਪਿਆਰ ਹੁੰਦਾ, ਮੁਹੱਬਤ ਹੁੰਦੀ ਹੈ। ਤੇ ਮੁਹੱਬਤ ਨੂੰ ਅਸੀਂ ਸੀਮਿਤ ਨਾ ਕਰੀਏ। ਮੁਹੱਬਤ ਦੇ ਅਰਥ ਅਸੀਂ ਜਿਸਮ ਤੱਕ, ਦੇਹ ਤੱਕ ਸੀਮਿਤ ਨਾ ਕਰੀਏ, ਕਿਉਂਕਿ ਤੁਹਾਡੀ ਉਮਰ ਦੇ ਵਿਦਿਆਰਥੀ ਅਕਸਰ ਮੁਹੱਬਤ ਨੂੰ ਬਹੁਤ ਛੋਟਾ, ਬਹੁਤ ਬਿਲਕੁਲ ਛੋਟਾ ਜਿਹਾ ਬਣਾ ਕੇ ਪੇਸ਼ ਕਰ ਲੈਂਦੇ ਨੇ ਕਿ ਕਿਸੇ ਵੱਲ ਵੇਖਣਾ ਹੀ ਮੁਹੱਬਤ ਹੁੰਦੀ। ਕਿਸੇ ਵੱਲ ਵੇਖਣਾ ਬਹੁਤ ਵੱਡੀ ਮੁਹੱਬਤ ਹੁੰਦੀ ਹੈ। ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਕਿ ਦੁਨੀਆ ਦੀ ਬੇਮਿਸਾਲ ਮੁਹੱਬਤ ਦਾ ਜ਼ਿਕਰ ਉਹਦੇ ਵਿੱਚ ਮਿਲਦਾ ਕਿ ਜਿਹੜੀ ਹੀਰ ਆਪਣੇ ਬੇਲੇ ਦੇ ਵਿੱਚ ਕਿਸੇ ਨੂੰ ਵੜਨ ਤੱਕ ਨਹੀਂ ਦਿੰਦੀ, ਜਦੋਂ ਰਾਂਝਾ ਆਉਂਦਾ ਜਾਂ ਰਾਂਝੇ ਬਾਰੇ ਉਹਨੂੰ ਦੱਸਿਆ ਜਾਂਦਾ ਕਿ ਰਾਂਝਾ ਉਹਦੇ ਪਲੰਘ 'ਤੇ ਪਿਆ, ਤਾਂ ਜਦੋਂ ਉਹਦੇ ਸ਼ਮਕ ਮਾਰਨ ਲੱਗਦੀ ਹੈ, ਉਹ ਦੋਨਾਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਮਿਲਦੀਆਂ ਨੇ, ਤਾਂ ਵਾਰਿਸ ਸ਼ਾਹ ਲਿਖਦਾ ਕਿ ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮਿਹਰਬਾਨ ਹੋਈ। ਇਹ ਦੁਨੀਆ ਦੀ ਬਹੁਤ ਵੱਡੀ, ਮੈਂ ਅਕਸਰ ਕਹਿੰਦਾ ਕਿ ਮਿਸਾਲ ਹੈ ਮੁਹੱਬਤ ਦੀ। ਕਿਤਾਬ ਨਾਲ ਮੁਹੱਬਤ ਕਰੋ, ਸਾਹਿਤ ਨਾਲ ਮੁਹੱਬਤ ਕਰੋ, ਉਹਨਾਂ ਲੋਕਾਂ ਨਾਲ ਮੁਹੱਬਤ ਕਰੋ ਜਿਹੜੇ ਤੁਹਾਡੇ ਨਾਲ, ਸਮਾਜ ਨਾਲ ਅਕਸਰ ਜੁੜਦੇ ਆ, ਕੁਛ ਸਿਖਾਉਂਦੇ ਰਹਿੰਦੇ ਆ, ਤੁਹਾਨੂੰ ਕੁਛ ਦਿੰਦੇ ਰਹਿੰਦੇ ਆ। ਗੱਲਾਂ ਹੋਰ ਬਹੁਤ ਸਾਰੀਆਂ ਨੇ। ਪਾਤਰ ਦਾ ਇੱਕ ਸ਼ੇਅਰ ਹੈ, ਮੈਂ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ। ਅਸੀਂ ਤੁਹਾਡੇ ਬੀਜ ਸਾਡੀ ਸੰਸਥਾ ਦੇ ਵਿੱਚ ਲਾਏ, ਅਸੀਂ 2020-21 ਦੇ ਸੈਸ਼ਨ ਦੇ ਵਿੱਚ ਅਸੀਂ ਉਹ ਬੀਜ ਉਗਦੇ ਗੁਲਾਬ ਤੱਕ, ਤਾਂ ਪਾਤਰ ਸਾਹਿਬ ਕਹਿੰਦੇ ਨੇ ਕਿ ਲੱਭ ਕੇ ਲਿਆਉਣਾ ਕਿ ਤੂੰ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਸੀਂ ਫੁੱਲਾਂ ਜੋਗੀ ਜ਼ਮੀਨ ਰੱਖੀ ਹੋਈ ਹੈ। ਅਸੀਂ ਤੁਹਾਨੂੰ ਉਸ ਖਿੜੇ ਹੋਏ ਗੁਲਾਬ ਵਾਂਗ ਵੇਖਣਾ ਚਾਹੁੰਦੇ ਹਾਂ। ਜਦੋਂ ਸਾਡੀ ਸੰਸਥਾ 'ਚੋਂ ਤੁਸੀਂ ਜਾਓ, ਹੁਣ ਆ ਰਹੇ ਹੋ, ਜਦੋਂ ਜਾਓ ਤਾਂ ਬਹੁਤ ਇੱਕ ਇਸ ਤਰ੍ਹਾਂ ਦਾ ਅਹਿਮੀਅਤ ਲੈ ਕੇ ਜਾਓ, ਇਸ ਤਰ੍ਹਾਂ ਦਾ ਸਰੋਕਾਰ ਲੈ ਕੇ ਜਾਓ, ਇਸ ਤਰ੍ਹਾਂ ਦੀ ਪਰਸਨੈਲਿਟੀ ਲੈ ਕੇ ਜਾਓ ਕਿ ਦੁਨੀਆ ਜਾਂ ਅਸੀਂ ਜਾਂ ਸੰਸਥਾ ਜਦੋਂ ਵੀ ਕੋਈ ਸਮਾਗਮ ਕਰੇ ਤਾਂ ਤੁਹਾਨੂੰ ਯਾਦ ਕਰੇ। ਧੰਨਵਾਦ।